Hello students, today we are going to start our next topic that is techniques of controlling। बहुत ਇਹਦੀਆਂ ਇੰਪੋਰਟੈਂਟ ਆਪਣੇ ਕੋਲੇ ਟੈਕਨੀਕਸ ਟਰਡੀਸ਼ਨਲ ਐਂਡ ਮਾਡਰਨ। ਟਰਡੀਸ਼ਨਲ ਹੁੰਦੀਆਂ ਜਿਹੜੀਆਂ ਪੁਰਾਣਾ ਪਹਿਲਾਂ ਆਪਾਂ ਯੂਜ਼ ਕਰਦੇ ਸੀ। ਮਾਡਰਨ ਮਤਲਬ ਹੁਣ ਦੇ ਟਾਈਮ ਆਪਾਂ ਨਵੀਂ ਟੈਕਨੀਕਸ ਮਸ਼ੀਨ ਦੇ ਥਰੂ ਜਾਂ ਕਿਸੇ ਹੋਰ ਫਾਰਮ ਦੇ ਵਿੱਚ ਉਹਨੂੰ ਯੂਜ਼ ਕਰਨ ਲੱਗ ਗਏ। ਟਰਡੀਸ਼ਨਲ ਆਪਣੇ ਕੋਲੇ ਕੀ ਹੈ? ਟੈਕਨੀਕ ਆਫ ਕੰਟਰੋਲ ਆਰ ਬੀਇੰਗ ਯੂਜ਼ਡ ਬਾਈ ਮੈਨੇਜਰ ਦੁਆਰਾ ਸਿੰਸ ਲੌਂਗ ਐਂਡ ਦੇਅਰਫੋਰ ਨੋਨ ਐਜ਼ ਜਿਹੜੀਆਂ ਆਪਣੀਆਂ ਕਾਫੀ ਟਾਈਮ ਤੋਂ ਚੱਲ ਰਹੀਆਂ ਹੁੰਦੀਆਂ ਉਹਨੂੰ ਆਪਾਂ ਬੋਲ ਦਿੰਦੇ ਹਾਂ। ਇਹਦੇ ਵਿੱਚ ਹੁਣ ਆਪਣੇ ਕੋਲੇ ਕਿਹੜੀ ਆਉਂਦੀ ਹੈ? ਫਸਟ ਆਪਣੇ ਕੋਲੇ ਬਜਟਰੀ ਕੰਟਰੋਲ। ਦੇਖੋ ਬਜਟ ਕੀ ਹੁੰਦਾ ਵਾ? ਕਿਸੇ ਚੀਜ਼ ਨੂੰ ਆਪਾਂ ਜਦੋਂ ਪ੍ਰਪੇਅਰ ਕਰਦੇ ਹਾਂ ਉਹਦੇ ਲਈ ਆਪਾਂ ਕੀ ਬਣਾਉਂਦੇ ਹਾਂ? ਬਜਟ। ਠੀਕ ਹੈ, ਕੋਈ ਵੀ ਆਪਣੇ ਕੋਲੇ ਟਾਰਗੇਟ ਹੈ ਜਾਂ ਕੁਛ ਵੀ ਹੈ, ਇੱਕ ਬਜਟ ਬਣਾ ਲੈਂਦੇ ਹੈ, ਉਹਦੇ ਅਕੋਰਡਿੰਗ ਆਪਾਂ ਖਰਚੇ ਕਰਦੇ ਹਾਂ। ਬਜਟ ਤੋਂ ਹੀ ਆਪਾਂ ਨੂੰ ਪਤਾ ਲੱਗਦਾ ਕਿ ਫਿਊਚਰ ਇਨਕਮ ਕਿੰਨੀ ਹੋ ਸਕਦੀ ਹੈ ਜਾਂ ਆਪਣੇ ਜੋ ਆਪਣੇ ਹੁਣ ਪ੍ਰੈਜੈਂਟ ਖਰਚੇ ਕਿੰਨੇ ਹੈ ਉਹਦੇ ਅਕੋਰਡਿੰਗ। ਤਾਂ ਕਹਿੰਦੀ ਬਜਟ ਇੱਕ ਐਵੇਂ ਦੀ ਸਟੇਟਮੈਂਟ ਹੈ। ਇੱਕ ਜਿਹੜਾ ਬਜਟ ਹੈ ਇਹਦਾ ਐਨੂਅਲ ਈਅਰ ਯਾਦ ਰੱਖਣਾ ਵਾ। ਜਿਹੜਾ ਇਹਦਾ ਐਨੂਅਲ ਈਅਰ ਹੈ ਉਹ 1 ਈਅਰ ਦਾ ਹੁੰਦਾ ਵਾ। ਠੀਕ ਹੈ, 1 ਈਅਰ ਦਾ 1 April to 31 ਮਾਰਚ। ਤਾਂ ਹੁਣ ਦੇਖੋ ਇਹ ਆਪਣੇ ਕੋਲੇ ਬਜਟ ਇੱਕ ਐਵੇਂ ਦੀ ਸਟੇਟਮੈਂਟ ਹੈ ਜਿਹੜੀ ਰਿਫਲੈਕਟ ਕਿਹਨੂੰ ਕਰਦੀ ਹੈ? ਫਿਊਚਰ ਦੀਆਂ ਇਨਕਮ ਨੂੰ। ਫਿਊਚਰ ਦੇ ਵਿੱਚ ਆਪਾਂ ਨੂੰ ਕਿੱਥੋਂ ਕਿਹੜੀ ਇਨਕਮ ਹੋਣੀ ਹੈ, ਕੀ ਖਰਚੇ ਹੈ, ਕਿੰਨਾ ਪ੍ਰੋਫਿਟ ਇੱਕ ਫਰਮ ਦੁਆਰਾ ਅਰਨਡ ਹੋਣਾ ਵਾ, ਉਹਨੂੰ ਆਪਾਂ ਕੀ ਬੋਲਦੇ ਹਾਂ? ਬਜਟਰੀ ਕੰਟਰੋਲ। ਇਹ ਫਿਊਚਰ ਦੀ ਪ੍ਰੋਜੈਕਸ਼ਨ ਹੈ ਫਰਮਸ ਦੇ ਵਿੱਚ ਜਿਨ੍ਹਾਂ ਨਾਲ ਆਪਾਂ ਨੂੰ ਫਾਈਨੈਂਸ਼ੀਅਲ ਪੋਜੀਸ਼ਨ ਪਤਾ ਲੱਗਦੀ ਹੈ ਫਾਈਨਾਂਸ ਨੂੰ ਲੈ ਕੇ ਕਿ ਫਾਈਨਾਂਸ ਆਪਣੇ ਕੋਲੇ ਕਿੰਨਾ ਜਾਂ ਨਹੀਂ, ਉਹ ਸਾਰੀਆਂ ਚੀਜ਼ਾਂ। ਫਿਰ ਨਾਨ ਫਾਈਨੈਂਸ਼ੀਅਲ ਲਾਈਕ ਆਪਣੇ ਕੋਲੇ ਯੂਨਿਟ ਕਿੰਨੇ ਪ੍ਰੋਡਿਊਸ ਹੋਏ ਹੈ ਬਿਨਾਂ ਪੈਸੇ ਤੋਂ। ਠੀਕ ਹੈ, ਕਿੰਨੀਆਂ ਯੂਨਿਟ ਸੋਲਡ ਹੋਈ ਹੈ, ਕਿੰਨੀ ਕੋਸਟ ਮਟੀਰੀਅਲ ਆਈ ਹੈ, ਇਹ ਸਾਰੇ ਆਪਣੇ ਬਹੁਤ ਇੰਪੋਰਟੈਂਟ ਟਰਮ ਹੈ। ਹੁਣ ਦੇਖੋ ਬਜਟ ਇੱਕ ਆਪਣੇ ਕੋਲੇ ਕਿਹੜਾ ਵਾ ਟਰਮ ਦੇ ਵਿੱਚ? ਕੁਆਂਟੀਟਿਵ। ਦੋ ਟਰਮ ਹੁੰਦੀਆਂ ਵਾ, ਇੱਕ ਹੁੰਦੀ ਹੈ ਕੁਆਲਿਟੇਟਿਵ, ਇੱਕ ਕੁਆਂਟੀਟਿਵ। ਜੋ ਕੁਆਂਟੀਟਿਵ ਹੈ ਇਹਨੂੰ ਆਪਾਂ ਨੰਬਰਸ ਦੇ ਵਿੱਚ ਨਿਊਮੈਰੀਕਲ ਫਾਰਮ ਦੇ ਵਿੱਚ ਮੈਜ਼ਰ ਕਰਦੇ ਹਾਂ ਕਿ ਆਪਾਂ ਦੇਖੋ ਇੱਦਾਂ ਦਾ ਕਹਿ ਦਿੰਦੇ ਹਾਂ ਪ੍ਰੋਫਿਟ ਹੋਇਆ, ਕਿੰਨਾ ਐਕਚੁਅਲ ਪ੍ਰੋਫਿਟ ਹੋਇਆ। ਹੁਣ ਆਪਾਂ ਇੱਦਾਂ ਕਹਿ ਦਈਏ ਕਿ ਮੇਰੇ ਬਹੁਤ ਅੱਛੇ ਮਾਰਕਸ ਆਏ ਨੇ +2 ਦੇ ਵਿੱਚ, ਕਿ ਆਪਾਂ ਬੱਚੇ ਬੋਲਦੇ ਆ ਕਿ ਇੰਨੇ % ਆਏ ਆ, ਉਨੇ ਤਾਂ ਕਿੰਨੇ % ਤੋਂ ਪਤਾ ਲੱਗੂਗਾ? ਅਗਰ ਆਪਾਂ ਹੁਣ ਕਹਿ ਦਈਏ ਉਹਦੇ ਅਕੋਰਡਿੰਗ ਤਾਂ ਹੁਣ 70% ਵੀ ਬਹੁਤ ਵਧੀਆ ਹੋ ਸਕਦੇ ਆ। ਤਾਂ ਆਪਾਂ ਅਗਰ ਬੋਲਾਂਗੇ 95% ਹੈ ਜਾਂ ਕੁਛ ਵੀ ਹੈ, ਉਹ ਨੰਬਰਸ ਆਪਣੇ ਕੀ ਹੁੰਦੇ ਆ? ਕੁਆਂਟੀਟਿਵ ਟਰਮਸ। ਉਹਦੇ ਵਿੱਚ ਬਜਟਰੀ ਕੰਟਰੋਲ ਆਪਾਂ ਨੂੰ ਰੈਫਰ ਕਰਦਾ ਵਾ ਕਿਹਦੇ ਵਿੱਚ? ਕੰਪੈਰੀਜ਼ਨ ਕਰਦਾ ਵਾ ਜੋ ਆਪਾਂ ਐਕਚੁਅਲ ਪਰਫੋਰਮੈਂਸ ਮਤਲਬ ਹੋਣ ਵਾਲੀ ਕਿਹਦੇ ਨਾਲ? ਵਿਦ ਪਲੈਨਡ ਪਰਫੋਰਮੈਂਸ। ਵੀ ਜਿਹੜੀ ਆਪਾਂ ਪਲੈਨਡ ਕੀਤੀ ਹੈ ਉਹਨੂੰ ਐਕਚੁਅਲ ਦੇ ਨਾਲ ਆਪਾਂ ਕੰਪੇਅਰ ਕਰਕੇ ਦੇਖਣਾ, ਉਹਦੇ ਅਕੋਰਡਿੰਗ ਹੀ ਆਪਾਂ ਇਹਨਾਂ ਨੂੰ ਬਣਾਉਂਦੇ ਹਾਂ। ਫਿਰ ਆਪਣੇ ਇਹਦੇ ਓਬਜੈਕਟਿਵ ਕੀ ਹੈ? ਫਸਟ ਇਹਦਾ ਓਬਜੈਕਟਿਵ ਆ ਡਿਫਾਈਨਿੰਗ ਦੀ ਓਬਜੈਕਟਿਵ ਆਫ ਦਾ ਆਰਗੇਨਾਈਜੇਸ਼ਨ। ਜਿਹੜੇ ਆਰਗੇਨਾਈਜੇਸ਼ਨ ਦੇ ਓਬਜੈਕਟਿਵ ਹੈ, ਕੀ ਉਦੇਸ਼ ਆ, ਉਹਨੂੰ ਡਿਫਾਈਨ ਕਰਦਾ ਵਾ। ਫਿਰ ਆਪਾਂ ਉਹਨਾਂ ਨੂੰ ਸਹੀ ਤਰੀਕੇ ਨਾਲ ਪਲੈਨਿੰਗ ਨੂੰ ਅਚੀਵ ਕਰਨ ਦੇ ਵਿੱਚ, ਤਾਂ ਕਿ ਜਿਹੜੀਆਂ ਅਲੱਗ-ਅਲੱਗ ਡਿਪਾਰਟਮੈਂਟ ਦੇ ਵਿੱਚ ਐਕਟੀਵਿਟੀਜ਼ ਉਹਨਾਂ ਨੂੰ ਕੀ ਕਰਨਾ? ਕੋਆਰਡੀਨੇਟ ਕਰਨਾ। ਡਿਫਰੈਂਟ ਡਿਪਾਰਟਮੈਂਟ ਮੀਨਸ ਜਿੱਦਾਂ ਫਿਨਾਂਸ ਡਿਪਾਰਟਮੈਂਟ ਹੈ, ਠੀਕ ਹੈ, ਸੇਲ ਡਿਪਾਰਟਮੈਂਟ ਹੈ, ਪ੍ਰੋਡਕਸ਼ਨ ਹੈ, ਉਹਨਾਂ ਨੂੰ ਆਪਾਂ ਕੋਆਰਡੀਨੇਟ ਕਰਨਾ। ਫਿਰ ਆਪਣੇ ਕੋਲੇ ਕੀ ਹੈ? ਆਪਰੇਟਿੰਗ ਵੇਰੀਅਸ ਡਿਪਾਰਟਮੈਂਟ ਐਂਡ ਕੋਸਟ ਸੈਂਟਰ ਇਕਨੋਮਿਕਲੀ ਐਂਡ ਐਫੀਸ਼ੈਂਟਲੀ, ਮਤਲਬ ਸਹੀ ਤਰੀਕੇ ਨਾਲ ਉਹਨਾਂ ਨੂੰ ਚਲਾਉਣਾ ਤਾਂ ਕਿ ਆਪਾਂ ਪ੍ਰੋਫਿਟ ਵਧਾ ਸਕੀਏ। ਕਿਹਦੇ ਨਾਲ? ਵੇਸਟੇਜ ਨੂੰ ਐਲੀਮੀਨੇਟ ਕਰਕੇ। ਐਲੀਮੀਨੇਟ ਹੁੰਦਾ ਖਤਮ ਕਰਨਾ, ਕਿਹਨੂੰ? ਵੇਸਟੇਜ ਨੂੰ। ਫਿਰ ਆਪਾਂ ਸੈਂਟਰਲਾਈਜ਼ ਕੰਟਰੋਲ ਸਿਸਟਮ। ਇੱਕ ਸੈਂਟਰਲਾਈਜ਼ ਹੁੰਦਾ, ਇੱਕ ਡੀਸੈਂਟਰਲਾਈਜੇਸ਼ਨ। ਸੈਂਟਰਲਾਈਜੇਸ਼ਨ ਹੁੰਦਾ ਜਿਹੜੀ ਉੱਪਰਲੀ ਅਥਾਰਟੀ ਹੁੰਦੀ ਹੈ। ਫਿਰ ਆਪਾਂ ਕਰੈਕਟਿੰਗ ਵੇਰੀਐਂਸ ਫਰੋਮ ਸਟੈਂਡਰਡ, ਜੋ ਸਟੈਂਡਰਡਸ ਹੈ ਰਿਸਪੋਂਸੀਬਿਲਿਟੀਜ਼ ਨੂੰ ਆਪਾਂ ਫਿਕਸ ਕਰ ਦੇਣਾ। ਹੁਣ ਇਹਦੇ ਐਡਵਾਂਟੇਜ ਕੀ ਆ ਆਪਣੇ ਕੋਲੇ? ਫਸਟ ਆਪਣੇ ਕੋਲੇ ਕੀ ਹੈ? ਇਹ ਹੈਲਪ ਕਰਦਾ ਵਾ ਵੱਧ ਤੋਂ ਵੱਧ ਪ੍ਰੋਫਿਟਸ ਦੇ ਵਿੱਚ। ਕੋਈ ਵੀ ਆਰਗੇਨਾਈਜੇਸ਼ਨ ਦੇ ਗੋਲ ਨੂੰ ਕੰਪਲੀਟ ਕਰਨ ਦੇ ਲਈ ਇੱਕ ਬਜਟਰੀ ਸਿਸਟਮ ਆਪਣੀ ਬਹੁਤ ਹੈਲਪ ਕਰਦਾ ਵਾ। ਹੈਲਪਫੁਲ ਇਨ ਮੈਕਸੀਮਾਈਜੇਸ਼ਨ ਆਫ ਪ੍ਰੋਫਿਟ। ਇਹ ਅਚੀਵ ਕਰਦੇ ਆ ਏਮ, ਪ੍ਰੋਪਰ ਪਲੈਨਿੰਗ, ਕੋਆਰਡੀਨੇਸ਼ਨ, ਜਿਹੜੇ ਅਲੱਗ-ਅਲੱਗ ਫੰਕਸ਼ਨਸ ਹੈ ਆਪਣੇ ਕੋਲੇ ਕਿੰਨਾ ਆਪਾਂ ਪ੍ਰੋਪਰ ਕੰਟਰੋਲ ਕਰਨਾ, ਅਲੱਗ-ਅਲੱਗ ਕੈਪੀਟਲ ਜਾਂ ਜੋ ਵੀ ਖਰਚੇ ਵਗੈਰਾ ਹੋ ਰਹੇ ਆ ਉਹਨਾਂ ਸਾਰਿਆਂ ਤੋਂ। ਫਿਰ ਉਹ ਕਹਿੰਦੇ ਆਪਣੇ ਕੋਲੇ ਅਗਰ ਤਾਲਮੇਲ ਹੋਊਗਾ, ਵਰਕਰ ਸਾਰੇ ਮਿਲ ਕੇ ਕੰਮ ਕਰਨਗੇ ਤਾਂ ਬਹੁਤ ਈਜ਼ੀ ਹੋ ਜਾਊਗਾ। ਹੈਲਪਫੁਲ ਇਨ ਕੋਆਰਡੀਨੇਸ਼ਨ ਦੇ ਵਿੱਚ ਇਹਦਾ ਮੇਨ ਸਪੈਸੀਫਿਕ ਏਮ ਕੀ ਹੈ? ਕਿਹਦੇ ਪੋਲਿਸੀਜ਼ ਨੂੰ ਬਣਾਉਣਾ, ਪੋਲਿਸੀਜ਼, ਪਲੈਨਸ, ਗੋਲਸ ਇਹ ਕੌਣ ਡਿਸਾਈਡ ਕਰੂਗਾ? ਟੌਪ, ਕਿਉਂਕਿ ਉਹਨਾਂ ਕੋਲ ਹਾਈਲੀ ਸਕਿਲਡ ਹੁੰਦੀ ਹੈ, ਨੌਲੇਜ ਹੁੰਦੀ ਹੈ। ਉਹ ਸਾਰੇ ਆਪਣੇ ਜਿੰਨੇ ਐਫਰਟਸ ਉਹ ਇਕੱਠੇ ਸਾਰੇ ਉਸ ਗੋਲ ਦੇ ਵਿੱਚ ਲਗਾ ਦਿੰਦੇ ਆ ਤਾਂ ਕਿ ਆਪਾਂ ਉਹਨਾਂ ਨੂੰ ਸਹੀ ਤਰੀਕੇ ਨਾਲ ਕਰ ਸਕੀਏ। ਫਿਰ ਆਪਣੇ ਕੋਲੇ ਕੀ ਆ? ਟੂਲਸ ਫੋਰ ਮੈਜ਼ਰਿੰਗ ਪਰਫੋਰਮੈਂਸ। ਪਰਫੋਰਮੈਂਸ ਨੂੰ ਮੇਜ਼ਰ ਕਰਨ ਦੇ ਲਈ ਕਿਹੜੇ ਟੂਲ ਹੈ?
ਕਿਹੜੇ ਵੇ ਹੈ ਆਪਾਂ ਜਿਹਦੇ ਨਾਲ ਬਜਟ ਨੂੰ ਆਪਾਂ ਦੇਖ ਸਕੀਏ, ਉਹ ਵੀ ਕਿਹਦੇ ਨਾਲ। ਹੁਣ ਦੇਖੋ ਆਪਾਂ ਹੁਣੇ ਗੱਲ ਕੀਤੀ ਸੀ ਕੰਪੇਅਰ ਕਰਨਾ ਐਕਚੁਅਲ ਵਿਦ ਪਲੈਨ ਪਰਫੋਰਮੈਂਸ। ਇਕਨੋਮੀ ਜਦੋਂ ਆਪਾਂ ਵੇਸਟੇਜ ਘਟਾ ਦਾਂਗੇ, ਸਾਰਾ ਕੁਝ ਸਹੀ ਕਰ ਦਾਂਗੇ, ਉਹਦੇ ਨਾਲ ਆਪਣੇ ਕੋਲੇ ਕੀ ਹੋ ਜਾਂਦਾ ਵਾ, ਕਾਫੀ ਈਜ਼ੀ ਹੋ ਜਾਂਦਾ ਵਾ, ਸਸਤਾ ਹੋ ਜਾਂਦਾ ਸਾਰਾ ਕੁਝ ਆਪਾਂ ਨੂੰ ਕੰਮ ਨੂੰ ਕਰਨਾ। ਤਾਂ ਕੀ ਆ ਪਲੈਨਿੰਗ ਆਫ ਐਕਸਪੈਂਡੀਚਰ ਇਜ਼ ਸਿਸਟਮੈਟਿਕ ਐਂਡ ਦੇਅਰ ਇਜ਼ ਐਨ ਇਕੋਨਮੀ ਇਨ ਸਪੈਂਡਿੰਗ। ਤਾਂ ਕਾਫੀ ਇਹਦੇ ਨਾਲ ਆਪਾਂ ਕਹਿੰਦੇ ਫਿਨਾਂਸ ਨੂੰ ਆਪਾਂ ਸਹੀ ਤਰੀਕੇ ਨਾਲ ਜਦੋਂ ਯੂਜ਼ ਕਰਾਂਗੇ ਤਾਂ ਕੀ ਹੋ ਜਾਂਦਾ ਵਾ, ਸਸਤਾ ਹੋ ਜਾਂਦਾ, ਜਿਹਦੇ ਨਾਲ ਆਪਣੀ ਵੇਸਟੇਜ ਵੀ ਖਤਮ ਹੋ ਜਾਂਦੀ ਹੈ। ਫਿਰ ਆਪਣੇ ਕੀ ਹੈ ਇਹ ਜਿਹੜੀ ਹੈਲਪਫੁਲ ਕਰਦੀ ਹੈ ਕਾਹਦੇ ਵਿੱਚ, ਜਿਹੜੀਆਂ ਇਹਨਾਂ ਦੇ ਵਿੱਚ ਵੀਕ ਪੁਆਇੰਟ ਹੈ, ਵੀਕਨੈਸ ਪੁਆਇੰਟ ਹੈ, ਉਹਨੂੰ ਡਿਟਰਮਾਈਨ ਕਰਨ ਦੇ ਵਿੱਚ ਆਪਣੀ ਹੈਲਪ ਕਰਦੀ ਹੈ ਬਜਟ। ਆਪਾਂ ਨੂੰ ਪਤਾ ਲੱਗ ਜਾਂਦਾ ਕਿ ਕਿੱਥੋਂ ਐਕਚੁਅਲ ਪ੍ਰੋਬਲਮ ਆ ਰਹੀ ਹੈ, ਉਹਦਾ ਕੀ ਵੇ ਹੈ, ਉੱਥੋਂ ਆਪਾਂ ਉਹਨੂੰ ਸੋਲਵ ਕਰ ਲੈਂਦੇ ਹਾਂ। ਤਾਂ ਕਹਿੰਦੇ ਫਿਰ ਆਪਣੀ ਕੀ ਹੈ ਇਹ ਆਪਣੇ ਸਹੀ ਐਕਸ਼ਨਸ, ਕਰੈਕਟਿਵ ਐਕਸ਼ਨਸ ਲੈਣ ਦੇ ਵਿੱਚ ਆਪਣੀ ਇਹ ਕੀ ਕਰਦੀ ਹੈ, ਬਹੁਤ ਜ਼ਿਆਦਾ ਹੈਲਪ ਕਰਦੀ ਹੈ ਸਹੀ ਤਰੀਕੇ ਨਾਲ। ਹੁਣ ਦੇਖੋ ਇਨ ਦਾ ਐਬਸੈਂਸ ਆਫ ਬਜਟਰੀ ਕੰਟਰੋਲ, ਅਗਰ ਬਜਟਰੀ ਕੰਟਰੋਲ ਨਹੀਂ ਗਾ ਤਾਂ ਡੇਵੀਏਸ਼ਨ ਕੈਨ ਬੀ ਡਿਟਰਮਾਈਨ ਓਨਲੀ ਐਟ ਦ ਐਂਡ ਆਫ ਫਾਈਨੈਂਸ਼ੀਅਲ ਪੀਰੀਅਡ। ਤਾਂ ਉਹ ਕਹਿੰਦੇ ਜੇ ਆਪਣੇ ਕੋਲੇ ਬਜਟ ਆਪਾਂ ਨੂੰ ਪਲੈਨਡ ਹੀ ਨਹੀਂ ਕੀਤਾ ਹੋਇਆ ਕਿ ਕਿੰਨਾ ਖਰਚਾ ਆਉਣਾ, ਫਿਰ ਜੋ ਕਮੀਆਂ ਵਾ ਜਦੋਂ ਐਟ ਦਾ ਐਂਡ ਹੈ ਉਦੋਂ ਹੀ ਪਤਾ ਲੱਗਦੀਆਂ ਵਾ। ਤਾਂ ਕਹਿੰਦੇ ਆਪਾਂ ਨੂੰ ਇਹ ਕਰੈਕਟਿਵ ਮੈਜ਼ਰ ਕਰਨ ਦੇ ਵਿੱਚ ਵੀ ਹੈਲਪ ਕਰਦਾ ਵਾ। ਕੌਨਸ਼ੀਅਸ ਰਹਿੰਦਾ ਵਾ ਕਾਹਦੇ ਅਮੰਗ ਇੰਪਲੋਇਜ਼ ਦੇ ਰਿਲੇਟਡ ਅਲਰਟ ਰਹਿੰਦੇ ਕਿ ਕੀ ਉਹਨਾਂ ਨੂੰ ਰਿਸਪੋਂਸੀਬਿਲਿਟੀ ਦੇਣੀ ਹੈ, ਕਿੱਦਾਂ ਟਾਰਗੇਟ ਹੈ, ਉਹ ਸਾਰੇ। ਫਿਰ ਇਹ ਰਿਡਿਊਸ ਕੀ ਕਰਦਾ ਆਪਣੀ ਕੋਸਟ ਨੂੰ ਘਟਾਉਣ ਦੇ ਵਿੱਚ ਆਪਣੀ ਬਹੁਤ ਹੈਲਪ ਕਰਦਾ। ਹੁਣ ਪ੍ਰੈਜ਼ੈਂਟ ਡੇਜ਼ ਦੇ ਵਿੱਚ ਜੋ ਚੱਲ ਰਹੇ ਨੇ ਉਹ ਕਹਿੰਦੇ ਕੰਪੀਟੀਟਿਵ ਬਹੁਤ ਜ਼ਿਆਦਾ ਵਾ, ਕੰਪੀਟੀਸ਼ਨ ਆਪਾਂ ਨੂੰ ਵੀ ਪਤਾ ਬਹੁਤ ਜ਼ਿਆਦਾ ਵਾ, ਉਹਦੇ ਕਰਕੇ ਉਹ ਕਹਿੰਦੇ ਆਪਾਂ ਉਹਦੇ ਅਕੋਰਡਿੰਗ ਅਗਰ ਪ੍ਰੋਡਕਟ ਬਣਾਵਾਂਗੇ ਤਾਂ ਆਪਣੀ ਸੇਲ ਜ਼ਿਆਦਾ ਹੋਊਗੀ ਤਾਂ ਪ੍ਰੋਫਿਟ ਹੋਊਗਾ। ਤਾਂ ਐਵਰੀ ਬਿਜ਼ਨਸਮੈਨ ਟਰਾਈ ਟੂ ਰਿਡਿਊਸ ਦਾ ਕੋਸਟ ਆਫ ਪ੍ਰੋਡਕਸ਼ਨ ਦੀ ਕੋਸਟ ਘਟਾ ਦਿੰਦਾ ਵਾ, ਕਾਹਦੇ ਲਈ, ਸੇਲ ਨੂੰ ਵਧਾਉਣ ਦੇ ਲਈ। ਫਿਰ ਕੀ ਹੈ ਇੰਟਰੋਡਕਸ਼ਨ ਆਫ ਇਨਸੈਂਟਿਵ ਸਕੀਮ। ਹੁਣ ਦੇਖੋ ਆਪਾਂ ਇਨਸੈਂਟਿਵ ਹੁੰਦਾ ਬੋਨਸ ਉਹ ਕਹਿੰਦੇ ਹੁਣ ਆਪਾਂ ਸੇਲ ਨੂੰ ਵਧਾਉਣ ਦੇ ਲਈ ਬਾਈ 1 get 1 ਫ੍ਰੀ ਕਰ ਦਿੰਦੇ ਆ, ਜਾਂ ਅਲੱਗ ਤੋਂ ਐਕਸਟਰਾ ਸਕੀਮ ਲਗਾ ਦਿੰਦੇ ਆ, ਅਗਰ ਤੁਸੀਂ ਇੰਨੇ 1000 ਪਲੱਸ ਸਮਾਨ ਖਰੀਦੋਗੇ ਤੁਹਾਨੂੰ ਇੱਕ ਚੀਜ਼ ਇੱਦਾਂ ਦੀ ਫ੍ਰੀ ਮਿਲੂਗੀ, ਜੋ ਵੀ ਆਪਣੇ ਕੋਲ ਟਾਰਗੇਟਸ ਹੈ ਕਹਿੰਦੇ। ਫਿਰ ਆਪਣੀ ਪ੍ਰੋਪਰ ਕਮਿਊਨੀਕੇਸ਼ਨ ਹੋਣੀ ਚਾਹੀਦੀ। ਕਮਿਊਨੀਕੇਸ਼ਨ ਮੀਨਸ ਜੋ ਆਪਣਾ ਸੁਪੀਰੀਅਰ ਹੈ ਔਰ ਸਬੋਰਡੀਨੇਟਸ ਹੈ ਉਹਨਾਂ ਦੇ ਵਿੱਚ ਜੋ ਤਾਲਮੇਲ ਆਪਸ ਦੇ ਵਿੱਚ ਉਹ ਪ੍ਰੋਪਰ ਹੋਣਾ ਚਾਹੀਦਾ। ਕੰਟੈਕਟ ਆ ਜੋ ਇਹ ਨਹੀਂ ਗਾ ਕਿ ਸੁਪੀਰੀਅਰ ਨੇ ਆਪਣੇ ਵੱਲੋਂ ਸਬੋਰਡੀਨੇਟ ਨੂੰ ਮੈਸੇਜ ਕਰਤਾ ਅਤੇ ਉਹਦਾ ਫਰਜ਼ ਕੰਪਲੀਟ ਹੋ ਗਿਆ, ਨੋ, ਇੱਦਾਂ ਨਹੀਂ ਹੁੰਦਾ ਗਾ। ਸੁਪੀਰੀਅਰ ਨੇ ਪ੍ਰੋਪਰ ਤਰੀਕੇ ਨਾਲ ਜੋ ਰਿਸਪੋਂਸੀਬਿਲਿਟੀ ਦਿੱਤੀ ਹੈ ਸਬੋਰਡੀਨੇਟ ਨੂੰ, ਉਹਨੂੰ ਪੁੱਛਣਾ ਵੀ ਹੈ ਕਿ ਕਿਸ ਤਰੀਕੇ ਨਾਲ ਉਹਨੂੰ ਪਤਾ ਲੱਗ ਗਿਆ ਜਾਂ ਨਹੀਂ। ਉਹ ਕਹਿੰਦੇ ਉਹ ਸਾਰੀ ਪ੍ਰੋਪਰ ਕਮਿਊਨੀਕੇਸ਼ਨ ਹੋਣੀ ਚਾਹੀਦੀ ਹੈ, ਇਸੇ ਕਰਕੇ ਇਹਨੂੰ 2 ਵੇ ਪ੍ਰੋਸੈਸ ਬੋਲ ਦਿੰਦੇ ਹਾਂ ਆਪਾਂ। ਫਿਰ ਡੈਲੀਗੇਸ਼ਨ ਆਫ ਅਥੋਰਿਟੀ, ਜੋ ਆਪਾਂ ਨੂੰ ਰਾਈਟਸ ਮਿਲੇ ਆ ਉਹਨੂੰ ਆਪਾਂ ਕੀ ਕਰ ਦਿੰਦੇ ਹਾਂ, ਸੌਂਪ ਦਿੰਦੇ ਹਾਂ ਦੂਸਰੇ ਪਰਸਨਸ ਨੂੰ। ਫਿਰ ਆਪਾਂ ਉਹਨਾਂ ਨੂੰ ਕੀ ਕਰਦੇ ਹਾਂ, ਫੋਰਕਾਸਟਿੰਗ ਕ੍ਰੈਡਿਟ ਨੀਡਸ, ਜੋ ਫਿਊਚਰ ਦੇ ਲਈ ਆਪਣੀਆਂ ਨੀਡਸ ਹੈਗੀਆਂ, ਜੋ ਖਰਚੇ ਵਗੈਰਾ ਵਾ। ਬਜਟ ਕੀ ਕਰਦੇ ਆ, ਕੈਸ਼ ਐਕਸਪੈਂਡੀਚਰ, ਕਿੰਨਾ ਖਰਚਾ ਆਇਆ ਅਤੇ ਕਿੰਨੀਆਂ ਆਪਾਂ ਨੂੰ ਰਿਸੀਪਟਸ ਹੁੰਦੀਆਂ। ਹੁਣ ਦੇਖੋ ਬਜਟ ਦੇ ਵਿੱਚ ਆਪਾਂ ਮੀਨਿੰਗ ਕਰ ਲਿਆ, ਠੀਕ ਹੈ। ਬਜਟ ਦੇ ਵਿੱਚ ਆਪਾਂ ਇਹ ਦੇਖ ਲਿਆ ਕਿ ਆਪਾਂ ਇੱਕ ਐਸਟੀਮੇਟ ਲਗਾਉਣਾ। ਬਜਟ ਕੀ ਹੁੰਦਾ ਵਾ, ਇੱਕ ਐਸਟੀਮੇਟ ਕਾਹਦਾ ਲਗਾਉਂਦੇ ਆ, ਖਰਚਿਆਂ ਦਾ, ਅਤੇ ਕਿੰਨੀ ਆਪਾਂ ਨੂੰ ਪੇਮੈਂਟਸ ਹੋ ਰਹੀ ਹੈ, ਰਿਸੀਵਿੰਗ ਹੋ ਰਹੀ ਹੈ। ਹੁਣ ਆਪਣੇ ਕੋਲ ਕੀ ਕਮੀਆਂ ਵਾ, ਅਨਸਰਟਨ ਫਿਊਚਰ। ਹੁਣ ਦੇਖੋ ਆਪਾਂ ਬਜਟਰੀ ਸਿਸਟਮ ਤਾਂ ਚਲੋ ਬਣਾ ਲਿਆ, ਬਟ ਫਿਊਚਰ ਤਾਂ ਅਨਸਰਟਨ ਹੈ, ਕਿਸੇ ਨੇ ਨਹੀਂ ਦੇਖਿਆ ਫਿਊਚਰ ਅੱਗੇ ਜਾ ਕੇ ਕੀ ਹੋਊਗਾ। ਹੁਣ ਆਪਾਂ ਸੋਚ ਤਾਂ ਬਹੁਤ ਕੁਛ ਲੈਂਦੇ ਹਾਂ ਕਿ ਕੱਲ੍ਹ ਆਪਾਂ ਇਹ ਕਰਾਂਗੇ ਜਾਂ ਨੈਕਸਟ ਆਪਾਂ ਇਹ ਕਰਾਂਗੇ, ਬਟ ਉਹ ਜ਼ਰੂਰੀ ਨਹੀਂ ਕਿ ਉੱਦਾਂ ਹੀ ਹੋਵੇ, ਸਿਚੁਏਸ਼ਨ ਚੇਂਜ ਹੋ ਜਾਂਦੀ ਹੈ। ਉਹ ਕਹਿੰਦੇ ਇਸੇ ਕਰਕੇ ਕੀ ਹੈ, ਫਿਊਚਰ ਅਨਪ੍ਰੈਡਿਕਟੇਬਲ ਹੈ, ਅਨਸਰਟਨ ਹੈ, ਜੋ ਕਿਸੇ ਨੇ ਨਹੀਂ ਦੇਖਿਆ, ਉਹਦੇ ਅਕੋਰਡਿੰਗ ਆਪਾਂ ਨੂੰ ਕਾਫੀ ਪ੍ਰੋਬਲਮਸ ਵੀ ਆ ਸਕਦੀਆਂ। ਫਿਊਚਰ ਆਲਵੇਜ਼ ਕੀ ਹੈ, ਅਨਸਰਟਨ, ਅਤੇ ਸਿਚੁਏਸ਼ਨ ਹਮੇਸ਼ਾ ਆਪਣੀ ਚੇਂਜ ਇਹਦੇ ਵਿੱਚ ਹੁੰਦੀ ਹੀ ਰਹਿੰਦੀ, ਆਪਾਂ ਨੂੰ ਉਹਦੇ ਅਕੋਰਡਿੰਗ ਪ੍ਰਪੇਅਰ ਕਰਨਾ ਚਾਹੀਦਾ। ਬਟ ਉਹ ਕਹਿੰਦੇ ਆਪਾਂ ਉਹਦੇ ਅਕੋਰਡਿੰਗ ਪ੍ਰਪੇਅਰ ਨਹੀਂ ਕਰਦੇ, ਅਗਰ ਫਿਊਚਰ ਦੇ ਵਿੱਚ ਅਗਰ ਕੋਈ ਪ੍ਰੋਬਲਮ ਆ ਜੂਗੀ ਤਾਂ ਇਸੇ ਕਰਕੇ ਮੇਨ ਪ੍ਰੋਬਲਮ ਆਉਂਦੀ ਹੈ। ਫਿਰ ਬਜਟਰੀ ਰਿਵੀਜ਼ਨ ਰਿਕੁਆਇਰਡ, ਬਜਟਰੀ ਦੇ ਵਿੱਚ ਆਪਾਂ ਜਦੋਂ ਖਰਚੇ ਕਰਦੇ ਹਾਂ, ਜੋ ਆਪਾਂ ਐਸਟੀਮੇਸ਼ਨ ਲਗਾਉਂਦੇ ਹਾਂ, ਉਹਨੂੰ ਦੁਬਾਰਾ ਰਿਵਾਈਜ਼ ਕਰਦੇ ਰਹਿਣਾ ਚਾਹੀਦਾ। ਉਹ ਕਹਿੰਦੇ ਰਿਵਾਈਜ਼ ਦੀ ਪ੍ਰੋਬਲਮ ਆਉਂਦੀ ਹੈ, ਉਹ ਦੁਬਾਰਾ ਚੈੱਕ ਹੀ ਨਹੀਂ ਕਰਦੇ ਗੇ। ਨੈਕਸਟ ਡਿਸਕਰੇਜ ਐਫੀਸ਼ੀਐਂਟ ਪਰਸਨ, ਜਿਹੜੇ ਪਰਸਨਸ ਹੈ ਉਹ ਐਫੀਸ਼ੀਐਂਟ ਔਰ ਡਿਸਕਰੇਜ ਕਿਉਂ ਹੁੰਦੇ ਹੈ, ਕਿਉਂਕਿ ਆਪਾਂ ਸਭ ਨੂੰ ਬਰਾਬਰ ਲੈ ਕੇ ਚੱਲਦੇ ਹਾਂ। ਅਤੇ ਕਹਿੰਦੇ ਬਜਟਰੀ ਦੇ ਵਿੱਚ ਆਪਣੇ ਕੋਲ ਕੀ ਹੈ, ਦਾ ਕੋਮਨ ਟੈਂਡੈਂਸੀ ਆਫ ਪੀਪਲ ਇਜ਼ ਟੂ ਅਚੀਵ ਦਾ ਟਾਰਗੇਟ ਓਨਲੀ, ਸਿਰਫ ਟਾਰਗੇਟਸ ਹੀ ਕਰਦੇ ਹੈ ਐਫੀਸ਼ੀਐਂਟ ਪਰਸਨ, ਬਾਕੀ ਐਕਸਟਰਾ ਕੰਮ ਨਹੀਂ ਕਰਦੇ, ਜਿਹਦੇ ਕਰਕੇ ਆਪਾਂ ਨੂੰ ਮੇਨ ਪ੍ਰੋਬਲਮ ਆਉਂਦੀ। ਫਿਰ ਉਹ ਕਹਿੰਦੇ ਆਪਣੇ ਕੋਲ ਕੋਆਰਡੀਨੇਸ਼ਨ, ਕਈ ਵਾਰ ਉਹਨਾਂ ਦੇ ਵਿੱਚ ਆਪਸ 'ਚ ਹੀ ਕਈ ਵਾਰ ਪ੍ਰੋਬਲਮ ਕ੍ਰੀਏਟ ਹੋ ਜਾਂਦੀ ਹੈ, ਠੀਕ ਹੈ। ਤਾਂ ਇਹਦੇ ਵਿੱਚ ਕੀ ਕੰਟਰੋਲ ਡਿਪੈਂਡ ਅਪੋਨ ਦਾ ਕੋਆਰਡੀਨੇਸ਼ਨ ਅਮੰਗ ਡਿਫਰੈਂਟ ਡਿਪਾਰਟਮੈਂਟ, ਅਗਰ ਡਿਪਾਰਟਮੈਂਟਸ ਆਪਣੇ ਵਧੀਆ ਹੋਣਗੇ, ਕੋਆਰਡੀਨੇਟ ਹੋਣਗੇ ਤਾਂ ਕੰਮ ਹੋਊਗਾ, ਅਦਰਵਾਈਜ਼ ਨਹੀਂ।
ਫਿਰ ਕਨਫਲਿਕਟ ਅਮੰਗ ਡਿਫਰੈਂਟ ਡਿਪਾਰਟਮੈਂਟ, ਅਲੱਗ-ਅਲੱਗ ਡਿਪਾਰਟਮੈਂਟਸ ਦੇ ਵਿੱਚ ਕੀ ਹੁੰਦੀ ਰਹਿੰਦੀ ਆ, ਆਪਣੀ ਲੜਾਈ ਝਗੜੇ ਹੁੰਦੇ ਰਹਿੰਦੇ ਆ। ਹਰ ਇੱਕ ਡਿਪਾਰਟਮੈਂਟ ਹੈਡ ਵਰੀਜ਼ ਫॉर ਹਿਜ਼ ਡਿਪਾਰਟਮੈਂਟ ਗੋਲ ਵਿਦਾਊਟ ਥਿੰਕਿੰਗ ਆਫ ਬਿਜ਼ਨਸ ਗੋਲ, ਬਿਨਾਂ ਬਿਜ਼ਨਸ ਦੇ ਗੋਲ ਨੂੰ ਸੋਚੇ। ਫਿਰ ਡਿਪੈਂਡ ਅਪੋਨ ਸਪੋਰਟ ਆਫ ਟੌਪ ਮੈਨੇਜਮੈਂਟ, ਜੋ ਟੌਪ ਮੈਨੇਜਮੈਂਟ ਆ ਉਹਦੇ ਉੱਪਰ ਡਿਪੈਂਡ ਕਰਦਾ ਵਾ ਕਿ ਕਿਸ ਤਰੀਕੇ ਨਾਲ ਮੈਨੇਜਮੈਂਟ ਸ਼ੁੱਡ ਬੀ ਐਂਥੈਟਿਕਸ ਅਬਾਊਟ ਦਾ ਸਕਸੈਸ ਆਫ, ਉਹ ਕਹਿੰਦੇ ਹਮੇਸ਼ਾ ਉਹਦੇ ਬਾਰੇ ਉਤਸ਼ਾਹਿਤ ਰਹਿੰਦਾ ਵਾ ਕਿ ਕਿਸ ਤਰੀਕੇ ਨਾਲ ਉਹ ਅੱਗੇ ਦੀ ਅੱਗੇ ਕਾਫੀ ਜ਼ਿਆਦਾ ਸਕਸੈਸ ਹੋਊਗਾ। ਫਿਰ ਪਰਸਨਲ ਅਬਜ਼ਰਵੇਸ਼ਨ, ਕਿ ਆਪਾਂ ਉਹਨੂੰ ਕਿਸ ਤਰੀਕੇ ਨਾਲ ਆਪਣੀ ਪਰਸਨਲ ਆਪਾਂ ਉਹਨੂੰ ਕਿਸ ਤਰੀਕੇ ਨਾਲ ਅਬਜ਼ਰਵ ਕਰਦੇ ਹਾਂ। ਕਹਿੰਦੇ ਕਈ ਵਾਰ ਉਹ ਚੀਜ਼ਾਂ ਆਪਾਂ ਉਹਨੂੰ ਆਪਣੇ ਬਿਹਾਫ 'ਤੇ ਸਹੀ ਜਜਮੈਂਟ ਕਰਨ ਲੱਗ ਜਾਂਦੇ ਆ, ਬਟ ਐਕਚੁਅਲ ਦੇ ਵਿੱਚ ਉਹ ਗਲਤ ਹੁੰਦੀ ਹੈ। ਐਨੀ ਉਹ ਕਹਿੰਦੇ ਕਿ ਆਪਣੇ ਕੋਲ ਡਿਫੈਕਟ ਇਨ ਪਰਫੋਰਮੈਂਸ ਕੈਨ ਬੀ ਸਪੋਟਡ ਐਂਡ ਕਰੈਕਟਡ ਇਮੀਡੀਏਟਲੀ, ਕਰ ਸਕਦੇ ਆ, ਬਟ ਫੇਸ ਟੂ ਫੇਸ ਇੰਟਰੈਕਸ਼ਨ ਇਜ਼ ਪੋਸੀਬਲ ਵੇਅਰ ਕਦੋਂ ਹੁੰਦੀ ਹੈ, ਵਰਕਰਸ ਗੈਟ ਦੇਅਰ ਡਾਊਟ ਸੋਲਵ ਔਨ ਦਾ ਜੋਬ ਗਾਈਡੈਂਸ ਐਂਡ ਕਾਉਂਸਲਿੰਗ ਆਲਸੋ। ਤਾਂ ਉਸ ਕੇਸ ਦੇ ਵਿੱਚ ਉਹ ਕਹਿੰਦੇ ਫਿਰ ਉਦੋਂ ਹੀ ਉਹ ਕਰ ਸਕਦੇ ਆ, ਨਹੀਂ ਤਾਂ ਉਹ ਉਹਨਾਂ ਨੂੰ ਇਹ ਮੇਨ ਪ੍ਰੋਬਲਮ ਆਉਂਦੀ ਹੈ। ਨੈਕਸਟ ਬ੍ਰੇਕ ਈਵਨ ਪੁਆਇੰਟ, ਬ੍ਰੇਕ ਈਵਨ ਹੁੰਦਾ ਕਿ ਇੱਕ ਐਵੇਂ ਦਾ ਪੁਆਇੰਟ ਹੁੰਦਾ ਵਾ ਜਿੱਥੇ ਆਪਸ 'ਚ ਜਾ ਕੇ ਇੱਕ ਪੁਆਇੰਟ ਦੇ ਉੱਪਰ ਕੱਟ ਕਰਦੇ ਆ, ਇਕੁਅਲ ਹੁੰਦੇ ਆ। ਤਾਂ ਕਹਿੰਦੇ ਬ੍ਰੇਕ ਆਪਣਾ ਉਹਨੂੰ ਆਪਾਂ ਹੋਰ ਕੀ ਬੋਲਦੇ ਆ, ਕੋਸਟ ਵੋਲੀਅਮ ਐਨਾਲਿਸਿਸ ਵੀ ਬੋਲਦੇ ਆ, ਜਿੱਥੋਂ ਆਪਾਂ ਨੂੰ ਉਹਦੀ ਸੇਲ ਵੋਲੀਅਮ ਕਿੰਨਾ ਪ੍ਰੋਫਿਟ ਵਗੈਰਾ ਕੀ ਫਿਗਰ ਆਊਟ, ਉਹ ਸਾਰੀਆਂ ਚੀਜ਼ਾਂ ਕਹਿੰਦੇ ਪਤਾ ਲੱਗਦੀਆਂ ਵਾ, ਜਿਹੜੀ ਕੀ ਉਹ ਕਹਿੰਦੇ ਆਪਣੀ ਕਾਹਦੇ ਇਕੁਅਲ ਆ ਜਾਂਦੀ, ਇਕੁਅਲ ਟੂ ਕੋਸਟ। ਰੈਵਨਿਊ ਇਜ਼ ਇਕੁਅਲ ਟੂ ਕਾਹਦੇ ਆਉਂਦੀ ਹੈ, ਕੋਸਟ ਦੇ ਬਰਾਬਰ ਆ ਜਾਂਦੀ ਹੈ। ਉਸ ਕੈਟਾਗਰੀਜ਼ ਨੂੰ ਆਪਾਂ ਕੀ ਬੋਲਦੇ ਹਾਂ, ਬ੍ਰੇਕ ਈਵਨ ਪੁਆਇੰਟ। ਦੇਖੋ ਆਪਣੇ ਕੋਲ ਟੈਕਨੀਕ ਸ਼ੋ ਕਰ ਰਹੀ, ਮੈਨੇਜਰ ਕੰਪੇਅਰ ਐਕਚੁਅਲ ਐਂਡ ਪਲੈਨਡ, ਜੋ ਆਪਣੇ ਕੋਲ ਆਹ ਪੁਆਇੰਟ ਹੈ ਇੱਥੋਂ ਕਹਿੰਦੇ ਆਹ ਸਾਰੀਆਂ ਚੀਜ਼ਾਂ 'ਤੇ ਆਪਾਂ ਨੂੰ ਲੋਸ ਸ਼ੋ ਕਰ ਰਹੇ ਆ ਵਾ। ਇਹ ਵੇਰੀਏਬਲ ਕੋਸਟ ਹੈ, ਇਹ ਫਿਕਸਡ ਕੋਸਟ ਹੈ, ਇਹ ਟੋਟਲ ਸੇਲ ਹੋਈ ਹੈ ਅਤੇ ਆਪਾਂ ਨੂੰ ਕਿੰਨਾ ਟੋਟਲ ਪ੍ਰੋਫਿਟ, ਇਹ ਬ੍ਰੇਕ ਈਵਨ ਪੁਆਇੰਟ ਹੈ। ਠੀਕ ਹੈ, ਫਿਰ ਬ੍ਰੇਕ ਈਵਨ ਪੁਆਇੰਟ ਦੇ ਵਿੱਚ ਉਹ ਕਹਿੰਦੇ ਮੈਨੇਜਰ ਕੈਨ ਫਾਈਂਡ ਐਸਟੀਮੇਟ ਆਫ ਪ੍ਰੋਫਿਟ ਔਰ ਲੋਸ, ਆਪਾਂ ਨੂੰ ਪਤਾ ਲੱਗ ਗਿਆ ਦੇਖੋ ਕਿੰਨਾ ਲੋਸ ਕਿੰਨਾ ਪ੍ਰੋਫਿਟ, ਲੋਸ ਜ਼ਿਆਦਾ ਵਾ ਔਰ ਪ੍ਰੋਫਿਟ ਕੀ ਹੈ ਘੱਟ ਹੈ, ਕਹਿੰਦੇ ਆਪਾਂ ਨੂੰ ਬਿਲਕੁਲ ਪਤਾ ਲੱਗ ਜਾਂਦਾ। ਫਿਰ ਮੈਨੇਜਰ ਕੈਨ ਨੋਟ ਸੈਲ ਬ੍ਰੇਕ ਈਵਨ ਪੁਆਇੰਟ, ਬ੍ਰੇਕ ਈਵਨ ਐਨਾਲਿਸਿਸ ਆਪਾਂ ਨੂੰ ਡਿਸਾਈਡ ਕਰਦਾ ਵਾ ਪ੍ਰੋਡਕਟ ਬਾਰੇ। ਸਿਮਿਲਰਲੀ ਮੈਨੇਜਰ ਕੈਨ ਪ੍ਰੋਡਕਟ ਵਿਚ ਆਰ ਪ੍ਰੋਫਿਟੇਬਲ। ਲਿਮੀਟੇਸ਼ਨਸ ਉਹ ਕਹਿੰਦੇ ਆਪਾਂ ਨੂੰ ਮੇਨ ਪ੍ਰੋਬਲਮ ਇਹ ਜਿਹੜੀ ਟੈਕਨੀਕ ਆਪਾਂ ਕੀ ਅਜ਼ਿਊਮ ਕਰਕੇ ਚੱਲਦੇ ਆ, ਵੇਰੀਏਬਲ ਕੋਸਟ ਐਂਡ ਸੈਲਿੰਗ ਪ੍ਰਾਈਸ ਟੂ ਰਿਮੇਨ ਕੌਂਸਟੈਂਟ ਫॉर ਡਿਫਰੈਂਟ ਲੈਵਲ ਆਫ ਆਊਟਪੁੱਟ, ਅਲੱਗ-ਅਲੱਗ ਲੈਵਲ ਆਫ ਆਊਟਪੁੱਟ ਦੇ ਉੱਪਰ ਇਹ ਰਿਮੇਨ ਕੌਂਸਟੈਂਟ ਹੈ, ਇਹਦੇ ਵਿੱਚ ਕੋਈ ਚੇਂਜ ਨਹੀਂ ਆਉਂਦਾ। ਇਨਕਰੀਜ਼ ਇਨ ਵੇਰੀਏਬਲ ਕੋਸਟ ਮੇ ਬੀ ਮੋਰ ਔਰ ਲੈਸ ਦੈਨ ਪ੍ਰਪੋਰਸ਼ਨੇਟ ਇਨਕਰੀਜ਼ ਇਨ ਸੈਲਿੰਗ ਪ੍ਰਾਈਸ, ਇਹਨਾਂ ਚੀਜ਼ਾਂ ਤੋਂ। ਜਿੱਦਾਂ ਫੋਰ ਐਗਜ਼ਾਮਪਲ ਆਪਣੇ ਕੋਲ 20,000 ਯੂਨਿਟ ਹੈ, ਉਹਦੀ ਫਿਕਸਡ ਕੋਸਟ ਮੇ ਰਿਮੇਨ ਸੇਮ ਐਟ 20,000, ਬਟ ਉਹ ਕਹਿੰਦੇ ਲੈਵਲ ਆਪਣੀ ਅਪ ਟੂ 40,000 ਕਰ ਗਈ ਤਾਂ ਵੱਧ ਗਈ, ਜੋ ਵੱਧ ਗਈ ਉਹ ਕਹਿੰਦੇ ਰੇਂਜ ਆਪਣੀ ਅੱਗੇ ਦੇ ਅੱਗੇ ਵੱਧ ਰਹੀ, ਮੇ ਰਾਈਜ਼ 30 ਦੇਅਰ ਮੇ, ਉਹ ਕਹਿੰਦੇ ਫਿਰ ਇਹ ਸੈਟਅਪ ਕਰਨ ਦੇ ਵਿੱਚ ਆਪਾਂ ਨੂੰ ਮੇਨ ਪ੍ਰੋਬਲਮ ਆਉਂਦੀ ਹੈ। ਨੈਕਸਟ ਸਟੈਟਿਕਲ ਡਾਟਾ ਐਂਡ ਰਿਪੋਰਟਸ, ਸਟੈਟਿਕਲ ਆਪਣੇ ਕੋਲ ਕੀ ਆ, ਚਾਰਟ ਹਿਸਟੋਗ੍ਰਾਮ ਪਾਈ ਨਮੈਰੀਕਲ ਫਾਰਮ ਦੇ ਵਿੱਚ, ਜਿੱਦਾਂ ਆਪਾਂ ਕਹਿੰਦੇ ਆਲ ਸਟੈਟਿਕਸ ਆਰ ਡਾਟਾ, ਬਟ ਮਤਲਬ ਜੋ ਆਪਣੇ ਕੋਲ ਆਲ ਸਟੈਟਿਕਸ ਆਪਣੇ ਕੋਲ ਡਾਟਾ ਹੁੰਦਾ, ਬਟ ਸਾਰੇ ਡਾਟਾਜ਼ ਆਪਣੇ ਕੋਲ ਸਟੈਟਿਕਸ ਨਹੀਂ ਹੁੰਦਾ, ਆਲ ਡਾਟਾ ਆਰ ਨਾਟ ਸਟੈਟਿਕਸ। ਤਾਂ ਇਹ ਵਾਲਾ ਉਹ ਕਹਿੰਦੇ ਕੰਸੀਡਰ ਆਪਣੇ ਕੋਲ ਕੀਤਾ ਗਿਆ ਵਾ, ਇਹਦੇ ਵਿੱਚ ਆਪਾਂ ਦੇਖਣਾ ਵਾ ਆਲ ਸਟੈਟਿਕਸ ਆਰ ਡਾਟਾ ਬਟ ਆਲ ਡਾਟਾ ਆਰ ਨਾਟ ਸਟੈਟਿਕਸ, ਲਾਈਕ ਟ੍ਰੈਂਡ ਚਾਰਟ ਹਿਸਟੋਗ੍ਰਾਮ, ਇਹ ਸਾਰੀਆਂ ਚੀਜ਼ਾਂ। ਫਿਰ ਆਪਣੇ ਕੋਲ ਕਿਹੜੀ ਆਉਂਦੀ ਹੈ ਸਟੈਟਿਕਲ ਡਾਟੇ ਦੇ ਵਿੱਚ, ਤੁਸੀਂ ਇੱਕ ਵੀ ਲਾਈਨ ਈ ਕਰਨੀ ਹੈ ਕਿ ਰੈਗੂਲਰ ਰਿਪੋਰਟਿੰਗ ਸਿਸਟਮ ਪ੍ਰੋਵਾਈਡ ਕਰਦਾ ਵਾ ਕਾਹਦੇ ਬਾਰੇ, ਕੰਪਨੀ ਦੀ ਫਾਈਨੈਂਸ਼ੀਅਲ ਔਰ ਨਾਨ ਫਾਈਨੈਂਸ਼ੀਅਲ ਪਰਫੋਰਮੈਂਸ ਬਾਰੇ। ਫਿਰ ਆਪਣੇ ਕੋਲ ਆਉਂਦੀ ਹੈ ਜ਼ੀਰੋ ਬੇਸ ਬਜਟਿੰਗ, ਜ਼ੀਰੋ ਬੇਸ ਬਜਟਿੰਗ ਆਪਣੀ ਮੇਨ ਫੋਕਸ ਕਾਹਦੇ ਉੱਪਰ ਕਰਦੀ ਹੈ ਕਿ ਆਪਾਂ ਕੋਈ ਨਵੀਆਂ ਟੈਕਨੀਕਸ ਲੈ ਕੇ ਆਈਏ ਐਜ਼ ਕੰਪੈਰੀਜ਼ਨ ਟੂ ਟਰਡੀਸ਼ਨਲ, ਜਿੱਦਾਂ ਆਪਾਂ ਪਾਸਟ ਦੇ ਵਿੱਚ ਕੀ ਟਰੈਂਡਸ ਹੈ ਕੀ ਹੈ ਉਹ ਸਾਰੀਆਂ ਆਪਾਂ ਖ਼ਤਮ ਕਰਕੇ ਆਪਾਂ ਅੱਗੇ ਕਰਨਾ। ਜ਼ੀਰੋ ਬੇਸ ਉਹ ਕਹਿੰਦੇ ਅਜ਼ਿਊਮ ਕਰਦਾ ਨੋ ਬੈਲੈਂਸ ਟੂ ਕੈਰੀਡ ਫਾਰਵਰਡ ਐਂਡ ਦੇਅਰ ਇਜ਼ ਨੋ ਐਕਸਪੈਂਸਿਸ ਦੈਟ ਆਰ ਪ੍ਰੀ ਕਮਿਟਡ। ਤਾਂ ਇਹਦੇ ਵਿੱਚ ਆਪਾਂ ਸਿੰਪਲੀ ਕਹਿ ਸਕਦੇ ਹਾਂ ਵੀ ਬਿਲਕੁਲ ਸਟਾਰਟਿੰਗ ਤੋਂ ਆਪਾਂ ਜਦੋਂ ਕੋਈ ਫੋਕਸ ਕਰਦੇ ਹਾਂ ਤਾਂ ਉਹਦੇ ਨਾਲ ਆਪਾਂ ਨੂੰ ਪ੍ਰੋਫਿਟਸ ਵੀ ਹੁੰਦਾ ਵਾ। ਤਾਂ ਜ਼ੀਰੋ ਬੇਸ ਉਹ ਕਹਿੰਦੇ ਆਪਣੇ ਕੋਲ ਵੇਅਰ ਬਾਈ ਆਲ ਦ ਐਕਸਪੈਂਸਿਸ ਫੋਰ ਦਾ ਨਿਊ ਪੀਰੀਅਡ ਆਰ ਕੈਲਕੂਲੇਟਡ ਔਨ ਦਾ ਬੇਸਿਸ ਆਫ ਐਕਚੁਅਲ ਐਕਸਪੈਂਸ that are to be incurred and not on differential basis which involve just changing, ਇਹ ਸਾਰੀਆਂ ਚੀਜ਼ਾਂ ਹੁੰਦੀਆਂ ਰਹਿੰਦੀਆਂ। ਫਿਰ ਇਹਦੀ ਐਡਵਾਂਟੇਜ ਕੀ ਹੈ, ਬਹੁਤ ਹੀ ਜ਼ਿਆਦਾ ਐਕੂਰੇਟ ਹੈ, ਕਾਫੀ ਪਿਓਰ ਹੁੰਦਾ ਵਾ ਇਹ, ਐਫੀਸ਼ੀਐਂਸੀ ਕਾਫੀ ਜ਼ਿਆਦਾ ਆਉਂਦੀ ਹੈ ਡਿਪਾਰਟਮੈਂਟ ਵਾਈਜ਼, ਆਪਣੀਆਂ ਜੋ ਐਕਟੀਵਿਟੀਜ਼ ਆ ਉਹਨਾਂ ਵਿੱਚ ਵੀ ਖਰਚੇ ਵਗੈਰਾ ਘੱਟ ਆਉਂਦੇ ਹੈ। ਬਜਟ ਇਨਫਲੇਸ਼ਨ ਪ੍ਰਾਈਸਿਸ ਆਪਾਂ ਵਧਾਉਣੇ ਰਹਿੰਦੇ ਤਾਂ ਕਿ ਪ੍ਰੋਫਿਟਸ ਹੋ ਜੇ। ਫਿਰ ਕੋਆਰਡੀਨੇਸ਼ਨ ਐਂਡ ਕਮਿਊਨੀਕੇਸ਼ਨ ਵਧੀਆ ਆਪਣੇ ਕੋਲ ਹੁੰਦਾ ਵਾ। डिसएडवांटेज के बहुत टाइम लेंदी है, बहुत टाइम कंज्यूमिंग है।
ਫਿਰ ਮੈਨ ਪਾਵਰ ਕਾਫੀ ਜ਼ਿਆਦਾ ਚਾਹੀਦੀ ਹੈ ਅਤੇ ਐਕਸਪਰਟਾਈਜ਼ ਇਹਨਾਂ ਵਿੱਚ ਇੰਨੇ ਜ਼ਿਆਦਾ ਨਹੀਂ ਹੁੰਦੀ, ਇਸੇ ਕਰਕੇ ਆਪਾਂ ਨੂੰ ਇਹ ਸਾਰੀਆਂ ਮੇਨ ਪ੍ਰੋਬਲਮ ਆਉਂਦੀਆਂ। ਇਹ ਕੀ ਆਪਣੇ ਕੋਲੇ ਸਿਰਫ ਟਰਡੀਸ਼ਨਲ ਅਪਰੋਚ। ਨੈਕਸਟ ਆਪਾਂ ਕੱਲ੍ਹ ਮਾਡਰਨ ਕਰਾਂਗੇ।